Hello students, today we are going to start new chapter, that is function. This chapter is of plus 2 class for computer application. So let's start from the introduction of functions. फर्स्ट ऑफ ऑल देखो इंट्रोडक्शन फंक्शन मतलब कि ਅਸੀਂ यूज़ क्यों करते हैं। सब तो पहला इन्होंने इत्थे प्रॉब्लम एक दसी हुई आ ਜਿਹੜੀ कि प्रॉब्लम ਦੇ ਕਰਕੇ ਸਾਨੂੰ फंक्शन ਨੂੰ यूज़ करना पैंदा आ। ठीक है। इंट्रोडक्शन देखो, sometimes the same set of instructions are repeatedly required in a single program. In such cases you need to write same instructions again and again, which increases the size and the complexity of the program. ਕਹਿੰਦੇ ਕਿ ਕੁਛ ਇੱਦਾਂ ਦੀਆਂ ਕਈ ਵਾਰ ਪ੍ਰੋਗਰਾਮ ਦੇ ਵਿੱਚ ਇੱਦਾਂ ਦੀਆਂ ਇੰਸਟਰਕਸ਼ਨਸ ਹੁੰਦੀਆਂ ਜਿਹੜੀਆਂ ਕਿ ਰਿਪੀਟਡਲੀ ਐਗਜ਼ੀਕਿਊਟ ਹੁੰਦੀਆਂ ਰਹਿੰਦੀਆਂ ਹੈ ਕਿ ਸਾਨੂੰ ਰਿਪੀਟ ਵਾਈਜ਼ ਉਹ ਲਿਖਣੀਆਂ ਪੈਂਦੀਆਂ ਆ। ਠੀਕ ਆ, ਬਾਰ-ਬਾਰ ਲਿਖਣੀਆਂ ਪੈਂਦੀਆਂ ਆ ਅਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਪ੍ਰੋਗਰਾਮ ਹੁੰਦਾ ਆ ਉਹਦਾ ਇੱਕ ਤਾਂ ਸਾਈਜ਼ ਇਨਕਰੀਜ਼ ਹੋ ਜਾਂਦਾ ਹੈ ਅਤੇ ਦੂਜਾ ਉਹ ਪ੍ਰੋਗਰਾਮ ਕੰਪਲੈਕਸ ਹੋ ਜਾਂਦਾ ਆ, ਮਤਲਬ ਕਿ ਪ੍ਰੋਗਰਾਮ ਜ਼ਿਆਦਾ ਲੈਂਥੀ ਹੋ ਜਾਂਦਾ ਆ। ਠੀਕ, it becomes more and more difficult to keep track of the logic। ਅਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਪ੍ਰੋਗਰਾਮ ਤੁਹਾਡਾ ਬਹੁਤ ਜ਼ਿਆਦਾ ਹੋਰ ਡਿਫੀਕਲਟ ਹੁੰਦਾ ਜਾਂਦਾ ਆ। ਦੀ ਸੋਲਿਊਸ਼ਨ ਇਜ਼ ਟੂ ਡਿਵਾਈਡ ਦੀ ਪ੍ਰੋਗਰਾਮ ਇਨਟੂ ਸੈਪਰੇਟ ਮੋਡਿਊਲਸ ਕਾਲਡ ਦੀ ਫੰਕਸ਼ਨਸ। ਹੁਣ ਇੱਕ ਉਹ ਵਾਲਾ ਜਿਹੜਾ ਕੰਪਲੈਕਸ ਪ੍ਰੋਗਰਾਮ ਆ, ਹੁਣ ਉਹਨਾਂ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ ਛੋਟੇ ਮੋਡਿਊਲਸ ਦੇ ਵਿੱਚ, ਸੈਪਰੇਟ ਕਰ ਸਕਦੇ ਹਾਂ ਮੋਡਿਊਲਸ ਦੇ ਵਿੱਚ। ਸੋ ਉਹ ਵਾਲੇ ਜਿਹੜੇ ਮੋਡਿਊਲਸ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਫੰਕਸ਼ਨਸ। ਈਚ ਫੰਕਸ਼ਨ ਰਿਫਲੈਕਟਿੰਗ ਅ ਵੈਲ ਅੰਡਰਸਟੂਡ ਐਕਟੀਵਿਟੀ ਐਂਡ ਆਫ ਮੈਨੇਜੇਬਲ ਪ੍ਰਪੋਰਸ਼ਨਸ। ਹਰੇਕ ਫੰਕਸ਼ਨ ਦਾ ਆਪਣਾ ਆਪਣਾ ਕੰਮ ਹੁੰਦਾ ਹੈ। ਠੀਕ ਆ, ਉਹ ਆਪਣੀ ਐਕਟੀਵਿਟੀ ਪਰਫੋਰਮ ਕਰਦੇ ਆ। ਦੀ ਆਈਡੀਆ ਇਜ਼ ਟੂ ਡਿਵਾਈਡ ਐਂਡ ਕੌਨਕਿਊਰ। ਅਤੇ ਇਹ ਵਾਲਾ ਜਿਹੜਾ ਆਈਡੀਆ ਆ, ਮਤਲਬ ਜਦੋਂ ਅਸੀਂ ਮੋਡਿਊਲਸ ਦੇ ਵਿੱਚ ਪ੍ਰੋਗਰਾਮ ਨੂੰ ਡਿਵਾਈਡ ਕਰ ਦਿੰਦੇ ਹਾਂ ਦੈਨ ਉਹਨੂੰ ਆਪਾਂ ਕੀ ਕਹਿੰਦੇ ਹਾਂ, ਡਿਵਾਈਡ ਐਂਡ ਕੌਨਕਿਊਰ ਮੈਥਡ। ਕਲੀਅਰ। ਨੈਕਸਟ ਦੇਖੋ, ਨੈਕਸਟ ਪੈਰਾਗ੍ਰਾਫ। Program is divided into a number of segments which the functions and sub programs are introduced। ਪ੍ਰੋਗਰਾਮ ਜਿਹੜਾ ਆ ਡਿਵਾਈਡ ਕੀਤਾ ਜਾਂਦਾ ਹੈ ਸੈਗਮੈਂਟਸ ਦੇ ਵਿੱਚ। ਹੁਣ ਸੈਗਮੈਂਟਸ ਕੀ ਹੁੰਦੇ ਆ, ਮੋਡਿਊਲਸ ਕਹਿ ਸਕਦੇ ਆ ਤੁਸੀਂ। ਹੁਣ ਮੋਡਿਊਲਸ ਜਿਹੜੇ ਸੈਗਮੈਂਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਅਸੀਂ ਅੱਗੋਂ ਜਦੋਂ ਡਿਵਾਈਡ ਕਰ ਦਿੰਦੇ ਹਾਂ ਦੈਨ ਉਹ ਕੀ ਬਣ ਜਾਂਦੇ ਆ, ਸਬ ਪ੍ਰੋਗਰਾਮਸ। ਕਲੀਅਰ। ਕੋਡ ਆਫ ਡੁਪਲੀਕੇਸ਼ਨ ਇਜ਼ ਆਲਸੋ ਅਵੋਇਡਿੰਗ ਯੂਜ਼ਿੰਗ ਦੀ ਫੰਕਸ਼ਨ। ਹੁਣ ਇਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਫਸਟ ਪੈਰਾਗ੍ਰਾਫ ਦੇ ਵਿੱਚ ਵੀ ਇਹ ਲਾਈਨ ਰਿਪੀਟ ਹੋਈ ਆ ਕਿ ਜਦੋਂ ਤੁਸੀਂ ਕੋਡ ਨੂੰ ਬਾਰ-ਬਾਰ ਲਿਖਦੇ ਆ ਅਤੇ ਉਹਦੇ ਨਾਲ ਕੀ ਹੁੰਦਾ, ਡੁਪਲੀਕੇਸ਼ਨ ਹੀ ਕ੍ਰੀਏਟ ਹੁੰਦੀ ਆ। ਠੀਕ ਆ, ਅਤੇ ਫੰਕਸ਼ਨ ਕੀ ਕੰਮ ਕਰਦਾ ਆ, ਫੰਕਸ਼ਨ ਜਿਹੜਾ ਆ ਉਹ ਡੁਪਲੀਕੇਸ਼ਨ ਜਿਹੜੀ ਹੁੰਦੀ ਆ ਉਹਨੂੰ ਰਿਮੂਵ ਕਰ ਦਿੰਦਾ ਆ। ਠੀਕ ਆ, ਅਵੋਇਡ ਕਰਦਾ ਆ। ਨੈਕਸਟ ਇੱਥੋਂ ਦੇਖੋ, you can assess that function anywhere within the program, so instead of repeating the lines of code representing an activity at various places in the program, it would make sense to give that piece of program in a name and make it to be executed। ਹੁਣ ਕਹਿੰਦੇ ਕਿ ਜਦੋਂ ਮਤਲਬ ਕਿ ਜਿਹੜਾ ਜਦੋਂ ਆਪਾਂ ਬਾਰ-ਬਾਰ ਇੱਕੋ ਹੀ ਲਾਈਨਸ ਜਿਹੜੀਆਂ ਸੇਮ ਲਾਈਨਸ ਰਿਪੀਟ ਕਰਦੇ ਰਹਿੰਦੇ ਹਾਂ ਦੈਨ ਉਹਦੀ ਜਗ੍ਹਾ 'ਤੇ ਅਸੀਂ ਫੰਕਸ਼ਨਸ ਜਿਹੜੇ ਆ ਉਹ ਯੂਜ਼ ਕਰ ਸਕਦੇ ਹਾਂ। ਮਤਲਬ ਕਿ ਅਸੀਂ ਇੱਕ ਫੰਕਸ਼ਨ ਬਣਾ ਲੈਂਦੇ ਹਾਂ, ਉਹਦੇ ਅੰਦਰ ਕੋਡਿੰਗ ਜਿਹੜੀ ਆ, ਮਤਲਬ ਜੋ ਵੀ ਤੁਸੀਂ ਐਗਜ਼ੀਕਿਊਟ ਕਰਵਾਉਣਾ ਚਾਹੁੰਦੇ ਆ ਉਹਦੇ ਅੰਦਰ ਆਪਾਂ ਇੱਕ ਕੋਡ ਯੂਜ਼ ਕਰਦੇ ਹਾਂ। ਠੀਕ ਹੈ, ਅਤੇ ਨੈਕਸਟ ਜਦੋਂ ਸਾਨੂੰ ਉਹ ਫੰਕਸ਼ਨ ਦੀ ਜਦੋਂ ਸਾਨੂੰ ਉਹ ਵਾਲੀਆਂ ਸਟੇਟਮੈਂਟਸ ਦੀ ਲੋੜ ਪੈਂਦੀ ਹੈ ਦੈਨ ਅਸੀਂ ਫੰਕਸ਼ਨ ਨੂੰ ਕਾਲ ਕਰਦੇ ਹਾਂ, ਨਾਟ ਸਟੇਟਮੈਂਟਸ। ਠੀਕ ਹੈ, ਮਤਲਬ ਕਿ ਸਟੇਟਮੈਂਟਸ ਅਸੀਂ ਸਾਰੀਆਂ ਨਹੀਂ ਲਿਖਦੇ, ਜਿਸ ਫੰਕਸ਼ਨ ਦੇ ਵਿੱਚ ਉਹ ਸਟੇਟਮੈਂਟਸ ਲਿਖੀਆਂ ਹੁੰਦੀਆਂ ਆ ਅਸੀਂ ਉਹਨਾਂ ਨੂੰ ਕਾਲ ਕਰ ਲੈਂਦੇ, ਫੰਕਸ਼ਨ ਨੂੰ ਕਾਲ ਕਰਦੇ ਹਾਂ। ਇਹਦੀ ਮੈਂ ਐਗਜ਼ਾਮਪਲ ਤੁਹਾਨੂੰ ਦੱਸਦੀ ਹਾਂ। ਨੈਕਸਟ ਅੱਗੇ ਆ ਜਾਓ, ਵਟ ਇਜ਼ ਦੀ ਡੈਫੀਨੇਸ਼ਨ ਆਫ ਫੰਕਸ਼ਨ। ਸੈਲਫ ਕੰਟੇਨਡ ਪ੍ਰੋਗਰਾਮ ਸੈਗਮੈਂਟ ਦੈਟ ਕੈਰੀਜ਼ ਆਊਟ ਸਮ ਸਪੈਸੀਫਿਕ ਵੈਲ ਡਿਫਾਈਨਡ ਟਾਸਕ। ਕਹਿੰਦੇ ਕਿ ਮਤਲਬ ਕਿ ਇੱਕ ਜਿਹੜਾ ਪ੍ਰੋਗਰਾਮ ਆ ਸੈਲਫ ਕੰਟੇਨਡ ਪ੍ਰੋਗਰਾਮ ਕਿਹੜਾ ਹੁੰਦਾ, ਜਿਹਦੇ ਵਿੱਚ ਮੋਡਿਊਲਸ ਦੇ ਵਿੱਚ ਪ੍ਰੋਗਰਾਮ ਡਿਵਾਈਡ ਹੁੰਦਾ ਹੈ, ਜਿਹਦਾ ਕਿ ਟਾਸਕ ਮਤਲਬ ਕਿ ਸਪੈਸੀਫਿਕ ਟਾਸਕ ਪਰਫੋਰਮ ਕਰਨ ਲਈ ਅਸੀਂ ਯੂਜ਼ ਕਰਦੇ ਹਾਂ। ਐਵਰੀ C++ ਪ੍ਰੋਗਰਾਮ ਕੰਟੇਨਸ ਐਟਲੀਸਟ ਵਨ ਫੰਕਸ਼ਨ। ਹੁਣ ਤੁਹਾਨੂੰ ਪਤਾ ਆ ਕਿ ਆਪਾਂ ਜਦੋਂ ਵੀ ਪ੍ਰੋਗਰਾਮ ਕਰਦੇ ਹਾਂ ਅਤੇ ਇੱਕ ਫੰਕਸ਼ਨ ਹਮੇਸ਼ਾ ਯੂਜ਼ ਹੁੰਦਾ ਆ, ਉਹ ਕਿਹੜਾ ਫੰਕਸ਼ਨ ਆ, ਮੇਨ ਫੰਕਸ਼ਨ। ਠੀਕ ਆ, ਮੇਨ ਫੰਕਸ਼ਨ ਦੇ ਵਿੱਚ ਤੁਸੀਂ ਸਾਰੀ ਕੋਡਿੰਗ ਕਰਦੇ ਆ। ਇੱਦਾਂ ਹੀ ਆਪਾਂ ਹੋਰ ਵੀ ਫੰਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਬਣਾ ਸਕਦੇ ਹਾਂ ਦੈਨ ਉਹਦੇ ਅੰਦਰ ਅਸੀਂ ਡਿਫਰੈਂਟ ਕੋਡਿੰਗ ਜਿਹੜੀ ਆ ਉਹ ਪਰਫੋਰਮ ਕਰ ਸਕਦੇ ਹਾਂ।
ਕਲੀਅਰ। ਦੈਨ ਨੈਕਸਟ ਹੈ ਡਿਫਾਈਨਿੰਗ ਏ ਫੰਕਸ਼ਨ। ਹੁਣ ਫੰਕਸ਼ਨ ਨੂੰ ਡਿਫਾਈਨ ਕਿੱਦਾਂ ਕਰਨਾ ਹੈ ਆਪਾਂ, 3 ਪਾਰਟਸ ਇਹਦੇ ਹੁੰਦੇ ਆ। ਫਸਟ ਇਜ਼ ਫੰਕਸ਼ਨ ਡੈਕਲੇਰੇਸ਼ਨ ਔਰ ਫੰਕਸ਼ਨ ਪ੍ਰੋਟੋਟਾਈਪ, ਦੈਨ ਸੈਕਿੰਡ ਇਜ਼ ਫੰਕਸ਼ਨ ਡੈਫੀਨੇਸ਼ਨ ਐਂਡ ਥਰਡ ਇਜ਼ ਫੰਕਸ਼ਨ ਕਾਲ। ਕਲੀਅਰ, 3 ਪਾਰਟਸ ਆਫ ਦੀ ਫੰਕਸ਼ਨ। ਪਹਿਲਾਂ ਸਭ ਤੋਂ ਤੁਸੀਂ ਕੀ ਕਰਨਾ ਆ, ਉਹਨੂੰ ਡਿਕਲੇਅਰ ਕਰਨਾ ਆ ਫੰਕਸ਼ਨ ਨੂੰ, ਉਸ ਤੋਂ ਬਾਅਦ ਫੰਕਸ਼ਨ ਨੂੰ ਡਿਫਾਈਨ ਕਰਨਾ ਆ, ਦੈਨ ਉਸ ਤੋਂ ਬਾਅਦ ਕੀ ਕਰਨਾ ਆ, ਫੰਕਸ਼ਨ ਕਾਲ ਕਰਨੀ ਆ। ਕਲੀਅਰ। ਦੈਨ ਨੈਕਸਟ ਅੱਗੇ ਆ ਜਾਓ। ਹੁਣ ਇਹਦੇ ਵਿੱਚ ਆਪਾਂ ਡੈਕਲਾਰੇਸ਼ਨ ਦੇ ਬਾਰੇ ਪੜ੍ਹਦੇ ਹਾਂ ਕਿ ਡੈਕਲਾਰੇਸ਼ਨ ਜਿਹੜੀ ਆ ਆਪਾਂ ਕਿੱਦਾਂ ਕਰਦੇ ਹਾਂ ਫੰਕਸ਼ਨ ਦੀ। ਆ ਦੇਖੋ ਹੁਣ ਇਹਨਾਂ ਨੇ ਇੱਥੇ ਕੀ ਕੀਤਾ ਆ, ਆਹ ਵਾਲੀ ਲਾਈਨ ਦੇ ਵਿੱਚ ਸਿੰਟੈਕਸ ਯੂਜ਼ ਕੀਤਾ ਹੋਇਆ ਆ। ਫਸਟ ਕੀ ਯੂਜ਼ ਕੀਤਾ ਇਹਨਾਂ ਨੇ ਇੱਥੇ, ਰਿਟਰਨ ਟਾਈਪ। ਰਿਟਰਨ ਟਾਈਪ ਕਿਹੜੀ ਹੁੰਦੀ ਆ, ਡਾਟਾ ਟਾਈਪ, ਮਤਲਬ ਕਿ ਤੁਹਾਡਾ ਫੰਕਸ਼ਨ ਕਿਹੜੀ ਡਾਟਾ ਟਾਈਪ ਨੂੰ ਬਿਲੋਂਗ ਕਰਦਾ ਆ। ਇੰਟੀਜ਼ਰ ਟਾਈਪ ਦਾ ਬਣਾਇਆ ਤੁਸੀਂ ਫੰਕਸ਼ਨ ਜਾਂ ਕਰੈਕਟਰ ਟਾਈਪ ਦਾ ਬਣਾਇਆ ਆ, ਵਟਐਵਰ। ਦੈਨ ਨੈਕਸਟ ਯੂਜ਼ ਕਰਨਾ ਹੈ ਇੱਥੇ ਫੰਕਸ਼ਨ ਦਾ ਨੇਮ। ਹੁਣ ਫੰਕਸ਼ਨ ਨੂੰ ਕੋਈ ਨੇਮ ਵੀ ਤੁਸੀਂ ਜ਼ਰੂਰ ਦੇਣਾ ਆ ਅਕੋਰਡਿੰਗ ਟੂ ਦੀ ਪ੍ਰੋਗਰਾਮ ਰਿਕੁਆਇਰਮੈਂਟ। ਠੀਕ ਹੈ, ਪ੍ਰੋਗਰਾਮ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਜਿਹੜਾ ਫੰਕਸ਼ਨ ਦਾ ਨੇਮ ਹੋਏਗਾ। ਦੈਨ ਆ ਦੇਖੋ ਬ੍ਰੈਕਿਟ ਯੂਜ਼ ਕੀਤੀ ਹੋਈ ਆ, ਬ੍ਰੈਕਿਟ ਦੇ ਵਿੱਚ ਕੀ ਆ, ਪੈਰਾਮੀਟਰ ਲਿਸਟ। ਪੈਰਾਮੀਟਰ ਲਿਸਟ ਕਿਹੜੀ ਹੁੰਦੀ ਆ, ਜਿਹਦੇ ਵਿੱਚ ਅਸੀਂ ਵੇਰੀਏਬਲਸ ਯੂਜ਼ ਕਰਦੇ ਹਾਂ, ਮਤਲਬ ਕਿ ਜੋ ਵੀ ਤੁਸੀਂ ਵੇਰੀਏਬਲਸ ਲੈਣੇ ਆ ਉਹਨੂੰ ਤੁਸੀਂ ਬ੍ਰੈਕਿਟ ਦੇ ਵਿੱਚ ਲਿਖਣਾ ਆ। ਫਿਰ ਕਰਲੀ ਬ੍ਰੇਸ ਸਟਾਰਟ ਕਰ ਦੇਣੀ ਹੈ ਇੱਥੇ। ਉਸ ਤੋਂ ਬਾਅਦ ਬੋਡੀ ਆਫ ਦੀ ਫੰਕਸ਼ਨ, ਆ ਕੀ ਹੈਗਾ ਹੈ, ਬੋਡੀ, ਮਤਲਬ ਕਿ ਜੋ ਵੀ ਤੁਸੀਂ ਸਟੇਟਮੈਂਟਸ ਐਗਜ਼ੀਕਿਊਟ ਕਰਵਾਉਣੀਆਂ ਆ ਉਹਨੂੰ ਤੁਸੀਂ ਬੋਡੀ ਦੇ ਵਿੱਚ ਲਿਖਣਾ ਹੈ। ਦੈਨ ਕਰਲੀ ਬ੍ਰੇਸ ਕਲੋਜ਼ ਕਰ ਦੇਣੀ ਹੈ। ਠੀਕ ਹੈ, ਇਸ ਤਰ੍ਹਾਂ ਤੁਸੀਂ ਫੰਕਸ਼ਨ ਡਿਫਾਈਨ ਕਰਦੇ ਆ। ਦੈਨ ਅੱਗੇ ਹੁਣ ਇਹਨਾਂ ਨੇ ਇੱਥੇ ਐਕਸਪਲਾਨੇਸ਼ਨ ਦੱਸੀ ਹੋਈ ਆ ਕਿ ਰਿਟਰਨ ਟਾਈਪ ਕੀ ਹੁੰਦੀ ਆ, ਫੰਕਸ਼ਨ ਨੇਮ ਕੀ ਹੁੰਦਾ ਹੈ, ਇਹ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਰਿਟਰਨ ਟਾਈਪ ਕਿਹੜੀ ਹੁੰਦੀ ਆ, ਜਿਹੜੀ ਟਾਈਪ ਦਾ ਫੰਕਸ਼ਨ ਬਣਾਉਣਾ ਆ ਤੁਸੀਂ, ਮਤਲਬ ਕਿ ਫੰਕਸ਼ਨ ਨੇ ਕੀ ਵੈਲਿਊ ਰਿਟਰਨ ਕਰਨੀ ਆ, ਇੰਟੀਜ਼ਰ ਵੈਲਿਊ ਰਿਟਰਨ ਕਰਨੀ ਆ। ਰਿਟਰਨ ਕਰਨ ਦਾ ਮਤਲਬ ਹੁੰਦਾ ਕਿ ਆਊਟਪੁੱਟ ਤੁਹਾਨੂੰ ਕਿਹੜੀ ਚੀਜ਼ ਦੇਣੀ ਆ ਫੰਕਸ਼ਨ ਨੇ। ਕਲੀਅਰ, ਮਤਲਬ ਫੰਕਸ਼ਨ ਰਿਟਰਨ ਕਰ ਵੀ ਸਕਦਾ ਵੈਲਿਊ ਕੋਈ ਵੀ, ਜਾਂ ਨਹੀਂ ਵੀ ਕਰ ਸਕਦਾ। ਜੇ ਅੱਗੇ ਤੁਸੀਂ ਫੰਕਸ਼ਨ ਦੇ ਅੱਗੇ ਇੰਟ ਲਿਖ ਦਿੰਦੇ ਆ, ਦੈਨ ਉਹਨੇ ਆਊਟਪੁੱਟ ਇੰਟੀਜ਼ਰ ਟਾਈਪ ਦੇ ਵਿੱਚ ਦੇਣੀ ਆ। ਫੰਕਸ਼ਨ ਦਾ ਨੇਮ ਕੀ ਹੁੰਦਾ ਆ, ਫੰਕਸ਼ਨ ਨੇਮ ਇਜ਼ ਦੀ ਨੇਮ ਆਫ ਦੀ ਫੰਕਸ਼ਨ, ਮਤਲਬ ਜੋ ਤੁਸੀਂ ਫੰਕਸ਼ਨ ਯੂਜ਼ ਕਰਨਾ ਹੈ, ਜਿਹਦੇ ਬਾਰੇ ਤੁਸੀਂ ਕੋਡਿੰਗ ਕਰਦੇ ਪਏ ਆ। ਫੋਰ ਐਗਜ਼ਾਮਪਲ ਤੁਸੀਂ 2 ਨੰਬਰਸ ਨੂੰ ਪਲੱਸ ਕਰ ਰਹੇ ਆ, ਮਤਲਬ ਐਡ ਕਰ ਰਹੇ ਆ, ਤੁਸੀਂ ਫੰਕਸ਼ਨ ਦਾ ਨੇਮ ਐਡ ਵੀ ਲਿਖ ਸਕਦੇ ਆ, ਜਾਂ ਤੁਸੀਂ ਫੰਕਸ਼ਨ ਦਾ ਨੇਮ ਸਮ ਵੀ ਲਿਖ ਸਕਦੇ ਆ। ਇਹ ਮੈਂ ਹੁਣ ਨੈਕਸਟ ਐਗਜ਼ਾਮਪਲ ਤੁਹਾਨੂੰ ਦੱਸ ਦਿੰਦੀ ਹਾਂ। ਦੈਨ ਅੱਗੇ ਆ ਜਾਓ ਪੈਰਾਮੀਟਰਸ। ਪੈਰਾਮੀਟਰਸ ਜਿਹੜੀਆਂ ਹੁੰਦੀਆਂ ਆ ਉਹ ਵੀ ਆਲਰੇਡੀ ਦੱਸ ਦਿੱਤੀਆਂ ਮੈਂ ਤੁਹਾਨੂੰ ਕਿ ਜੋ ਤੁਸੀਂ ਬ੍ਰੈਕਿਟਸ ਦੇ ਵਿੱਚ ਜਿਹੜੀਆਂ ਸਿੰਪਲ ਬ੍ਰੈਕਿਟ ਯੂਜ਼ ਹੁੰਦੀ ਆ ਫੰਕਸ਼ਨ ਨੇਮ ਦੇ ਨਾਲ, ਉਹਦੇ ਵਿੱਚ ਤੁਸੀਂ ਵੇਰੀਏਬਲਸ ਲੈਣੇ ਆ। ਠੀਕ ਆ, ਵੇਰੀਏਬਲਸ ਲਿਖਣੇ ਆ ਜੋ ਤੁਸੀਂ ਕੋਡਿੰਗ ਵਿੱਚ ਯੂਜ਼ ਕਰ ਰਹੇ ਆ, ਉਹਨੂੰ ਆਪਾਂ ਕੀ ਕਹਿੰਦੇ ਆ, ਪੈਰਾਮੀਟਰਸ। ਅੱਗੇ ਆ ਜਾਓ ਹੁਣ ਫੰਕਸ਼ਨ ਬੋਡੀ। ਆ ਦੇਖੋ ਹੁਣ ਇਹਨਾਂ ਨੇ ਇੱਥੇ ਫੰਕਸ਼ਨ ਬਣਾਇਆ ਹੋਇਆ ਹੈ, ਆਲਰੇਡੀ ਇੱਕ ਐਗਜ਼ਾਮਪਲ ਵੀ ਲਈ ਹੋਈ ਹੈ ਇਹਨਾਂ ਨੇ। ਆ ਐਗਜ਼ਾਮਪਲ ਆ ਸਾਰੀ। ਠੀਕ ਹੈ, ਇਹ ਵਾਲੀ ਐਗਜ਼ਾਮਪਲ। ਹੁਣ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੀ ਹੋਇਆ ਆ, ਇੰਟ ਲਿਆ ਹੋਇਆ ਇਹਨਾਂ ਨੇ। ਠੀਕ ਆ, ਇੰਟ ਮੈਂ ਤੁਹਾਨੂੰ ਦੱਸਿਆ ਕੀ ਆ, ਰਿਟਰਨ ਟਾਈਪ, ਮਤਲਬ ਕਿ ਕਿਹੜੀ ਟਾਈਪ ਦੀ ਵੈਲਿਊ ਜਿਹੜੀ ਆ ਉਹ ਰਿਟਰਨ ਹੋਣੀ ਆ। ਦੈਨ ਸੈਕਿੰਡ ਵਨ ਇਜ਼ ਐਡ। ਐਡ ਕੀ ਆ, ਹੁਣ ਇੱਥੇ ਇਹਨਾਂ ਨੇ ਫੰਕਸ਼ਨ ਦਾ ਨੇਮ ਬਣਾਇਆ ਹੋਇਆ ਆ, ਐਡ। ਦੈਨ ਆ ਦੇਖੋ ਨੈਕਸਟ ਬ੍ਰੈਕਿਟ ਦੇ ਵਿੱਚ ਕੀ ਲਿਖਿਆ ਆ, ਇੰਟ ਏ ਬੀ ਐਂਡ ਇੰਟ ਸੀ, ਮਤਲਬ ਤੁਸੀਂ ਇੱਥੇ ਵੇਰੀਏਬਲ ਲੈ ਲਏ ਜੋ ਤੁਸੀਂ ਫੰਕਸ਼ਨ ਦੇ ਵਿੱਚ ਯੂਜ਼ ਕਰਨੇ ਆ। ਠੀਕ ਆ, ਹੁਣ ਇਹਦਾ ਮੇਨ ਪਰਪਸ ਕੀ ਆ, ਪਲੱਸ ਕਰਨਾ। ਪਲੱਸ ਕਿਹਨੂੰ ਕਰਨਾ ਆ, ਏ ਨੂੰ ਪਲੱਸ ਬੀ ਨੂੰ। ਠੀਕ ਆ, ਏ ਤੇ ਬੀ ਨੂੰ ਪਲੱਸ ਕਰਨ ਤੋਂ ਬਾਅਦ ਐਂਡ ਸੀ ਨੂੰ ਵੀ ਪਲੱਸ ਕਰਨਾ ਆ। ਕਲੀਅਰ, ਫਿਰ ਉੱਥੇ ਇਹਨਾਂ ਨੇ ਇੱਕ ਸਮ ਵੇਰੀਏਬਲ ਲਿਆ ਹੋਇਆ ਹੈ। ਠੀਕ ਹੈ, ਸਮ ਨੇ ਕੀ ਕਰਨਾ ਆ, ਇਹਨਾਂ ਸਾਰਿਆਂ ਦਾ ਜੋ ਵੀ ਆਨਸਰ ਆਊਗਾ ਉਹ ਕਿੱਥੇ ਜਾਣਾ ਆ, ਸਮ ਦੇ ਵਿੱਚ। ਠੀਕ ਆ, ਦੇਖੋ ਇਹਨਾਂ ਨੇ ਇੱਕ ਸਮ ਵੇਰੀਏਬਲ ਲੈ ਲਿਆ, ਫਿਰ ਉਹ ਤੋਂ ਬਾਅਦ ਸਮ ਦੇ ਵਿੱਚ ਕੀ ਲਿਆ ਇਹਨਾਂ ਨੇ, ਇਜ਼ ਇਕੁਅਲ ਟੂ ਏ ਪਲੱਸ ਬੀ ਪਲੱਸ ਸੀ, ਮਤਲਬ ਏ ਬੀ ਸੀ ਦੀਆਂ ਜੋ ਵੀ ਵੈਲਿਊਜ਼ ਹੋਊਗੀਆਂ ਉਹਨਾਂ ਨੂੰ ਪਲੱਸ ਕਰਕੇ ਰਿਜ਼ਲਟ ਤੁਹਾਡਾ ਸਮ ਦੇ ਵਿੱਚ ਆ ਜਾਣਾ ਆ। ਦੈਨ ਰਿਟਰਨ ਆਪਾਂ ਕੀ ਕਰਨਾ ਆ, ਸਮ ਨੂੰ। ਕਿਉਂ ਰਿਟਰਨ ਕਰਨਾ, ਕਿਉਂਕਿ ਜਿਹੜਾ ਸਾਡਾ ਆਨਸਰ ਆਇਆ ਆ ਉਹ ਕਿਹਦੇ ਵਿੱਚ ਗਿਆ ਹੋਇਆ ਆ, ਸਮ ਵੇਰੀਏਬਲ 'ਚ ਗਿਆ ਆ, ਇਸ ਕਰਕੇ ਅਸੀਂ ਸਮ ਨੂੰ ਰਿਟਰਨ ਕਰ ਦੇਣਾ ਆ। ਮਤਲਬ ਤੁਹਾਡਾ ਆਨਸਰ ਜਿਹੜਾ ਆ ਉਹ ਏ ਪਲੱਸ ਬੀ ਪਲੱਸ ਸੀ ਨੂੰ ਕਰਕੇ ਤੁਹਾਡਾ ਆਨਸਰ ਜਿਹੜਾ ਸਮ ਵੇਰੀਏਬਲ ਦੇ ਵਿੱਚ ਸਟੋਰ ਹੋ ਜਾਣਾ ਆ, ਫਿਰ ਤੁਸੀਂ ਉਹਨੂੰ ਪ੍ਰਿੰਟ ਕਰਵਾ ਲੈਣਾ ਹੈ ਮੋਨੀਟਰ 'ਤੇ। ਕਲੀਅਰ। ਦੈਨ ਲਾਸਟ ਵਿੱਚ ਇਹਨਾਂ ਨੇ ਇਹਦੀ ਐਕਸਪਲੇਨੇਸ਼ਨ ਦਿੱਤੀ ਹੋਈ ਆ। ਦੇਖੋ ਆ ਐਕਸਪਲੇਨੇਸ਼ਨ ਇਹਦੀ ਆ ਫੰਕਸ਼ਨ ਦੀ ਦਿੱਤੀ ਹੈ ਇਹਨਾਂ ਨੇ
इन दिस फंक्शन डेफिनेशन फंक्शन नेम इज़ ऐड। हुण इत्थे इन्हां ने फंक्शन दा नेम जिहड़ा है ओह की लिया होया आ, ऐड लिया होया आ, ठीक है। इट हैज़ 3 आर्गूमेंट्स। हुण पैरामीटर्स नूं तुसीं आर्गूमेंट्स भी कह सकदे आ। आ जिहड़ियां पैरामीटर्स आ इन्हां नूं तुसीं आर्गूमेंट्स भी कह सकदे आ। ऑफ द इंटीजर टाइप, ते ओहदी टाइप किहड़ी आ देखो इंटीजर टाइप दे आ ये। then and return type is also integer type. It will return integer data type value code within the current curly braces in function body, ठीक है। तो आ देखो करली ब्रेस ਦੇ ਵਿੱਚ ਜਿਹੜੀ ਆ यूज़ ਹੋਇਆ ਆ ਨਾ, ਆ ਸਾਰੀ ਚੀਜ਼ यूज़ ਹੋਈ ਆ, ਇਹ ਕੀ ਹੈਗੀ ਆ ਬੋਡੀ। ਬੋਡੀ ਕਿਹਦੀ ਆ ਇਹ ਫੰਕਸ਼ਨ ਦੀ ਬੋਡੀ, ਮਤਲਬ ਕਿ ਜਿਹੜਾ ਤੁਸੀਂ ਆ ਫੰਕਸ਼ਨ ਬਣਾਇਆ ਉਹਦੀ ਬੋਡੀ ਆ ਇਹ। ਕਲੀਅਰ। ਦੈਨ ਵੇਅਰ ਸਮ ਇਜ਼ ਅ ਲੋਕਲ ਵੇਰੀਏਬਲ, ਸਮ ਇੱਕ ਵੇਰੀਏਬਲ ਹੈ ਜਿਹਦੇ ਵਿੱਚ ਤੁਹਾਡਾ ਆਨਸਰ ਆਏਗਾ ਜੋ ਤੁਸੀਂ ਪਲੱਸ ਕਰੋਗੇ, ਠੀਕ ਹੈ। ਦੈਟਸ ਆਲ। ਦਿਸ ਇਜ਼ ਦੀ ਫੰਕਸ਼ਨ ਡੈਫੀਨੇਸ਼ਨ ਕਿ ਤੁਸੀਂ ਫੰਕਸ਼ਨ ਨੂੰ ਯੂਜ਼ ਕਿੱਦਾਂ ਕਰਨਾ ਆ। ਇੱਕ ਫੰਕਸ਼ਨ ਦੇ ਵਿੱਚ ਤੁਸੀਂ ਕੋਡਿੰਗ ਲਿਖਣੀ ਆ, ਠੀਕ ਹੈ। ਅਤੇ ਇਹਨੂੰ ਆਪਾਂ ਮੋਡਿਊਲਸ ਵੀ ਕਹਿ ਦਿੰਦੇ ਹਾਂ ਫੰਕਸ਼ਨ ਨੂੰ। ਕਲੀਅਰ। ਦੈਟਸ ਆਲ। ਥੈਂਕ ਯੂ।